ਅੱਜ ਦੀ ਥੀਮ ਹੈ ਕਲਾਸੀਕਲ ਮਕੈਨਿਕਸ ਵਿੱਚ ਉਸੇ ਤਰ੍ਹਾਂ ਵੇਖਣਾ ਜਿਵੇਂ ਤੁਹਾਡੇ ਕੋਲ ਐਕਟਿਵ ਦ੍ਰਿਸ਼ਟੀਕੋਣ ਅਤੇ ਪੈਸਿਵ ਦ੍ਰਿਸ਼ਟੀਕੋਣ ਠੀਕ ਹੈ। ਐਕਟਿਵ ਦ੍ਰਿਸ਼ਟੀਕੋਣ ਅਤੇ ਪੈਸਿਵਲੀ ਪੁਆਇੰਟ ਕੀ ਹੈ? ਕੋਆਰਡੀਨੇਟ ਧੁਰੇ ਨੂੰ ਸਥਿਰ ਰੱਖਿਆ ਗਿਆ ਹੈ ਅਤੇ ਤੁਸੀਂ ਵੈਕਟਰਾਂ ਤੇ ਕਾਰਵਾਈਆਂ ਨੂੰ ਦੇਖਦੇ ਹੋ ਜਾਂ ਤੁਸੀਂ ਕੋਆਰਡੀਨੇਟ ਧੁਰੇ ਦੀਆਂ ਕਾਰਵਾਈਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਇਸ ਲਈ ਉਹ ਐਕਟਿਵ ਅਤੇ ਪੈਸਿਵ ਹਨ। ਮੈਨੂੰ ਯਕੀਨ ਹੈ ਕਿ ਤੁਸੀਂ ਸਭ ਨੇ ਇਹ ਦੇਖਿਆ ਹੋਵੇਗਾ ਹੈ ਨਾ? ਇਸੇ ਤਰ੍ਹਾਂ ਕੁਆਂਟਮ ਮਕੈਨਿਕਸ ਵਿੱਚ ਵੀ ਤੁਹਾਡੇ ਕੋਲ ਦੋ ਤਸਵੀਰਾਂ ਹੋ ਸਕਦੀਆਂ ਹਨ। ਇੱਕ ਨੂੰ ਸ਼ਕ੍ਰੋਡਿੰਗਰ ਤਸਵੀਰ ਕਿਹਾ ਜਾਂਦਾ ਹੈ, ਦੂਜੀ ਨੂੰ ਇਹ ਹਾਈਜ਼ਨਬਰਗ ਤਸਵੀਰ ਕਿਹਾ ਜਾਂਦਾ ਹੈ, ਠੀਕ ਹੈ। ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਫਿਜ਼ਿਕਸ ਉਹੀ ਹੈ ਭਾਵੇਂ ਤੁਸੀਂ ਸ਼ਕ੍ਰੋਡਿੰਗਰ ਤਸਵੀਰ ਵਿੱਚ ਕੰਮ ਕਰਦੇ ਹੋ ਜਾਂ ਹਾਈਜ਼ਨਬਰਗ ਤਸਵੀਰ ਵਿੱਚ, ਪਰ ਤੁਹਾਨੂੰ ਇਸ ਦਾ ਅੱਧਾ ਨਹੀਂ ਕਰਨਾ ਚਾਹੀਦਾ ਹੈ। ਹਾਈਜ਼ਨਬਰਗ ਦਾ ਅੱਧਾ ਸ਼ਰੋਡਿੰਗਰ ਦਾ ਅੱਧਾ ਤੁਹਾਨੂੰ ਐਕਟਿਵ ਅਤੇ ਪੈਸਿਵ ਦ੍ਰਿਸ਼ਟੀਕੋਣਾਂ ਨਾਲ ਉਹੀ ਚੀਜ਼ ਪ੍ਰਾਪਤ ਨਹੀਂ ਹੋਵੇਗੀ, ਠੀਕ ਹੈ। ਅਸੀਂ ਇਸ ਤੇ ਪਹੁੰਚ ਜਾਵਾਂਗੇ। ਮੈਂ ਇਸ ਤੇ ਪਹੁੰਚਣ ਤੋਂ ਪਹਿਲਾਂ ਮੈਂ ਸੋਚਿਆ ਕਿ ਮੈਨੂੰ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ ਜੋ ਅਸੀਂ ਅਸੰਗਤ ਨਿਰੀਖਣਯੋਗਾਂ ਬਾਰੇ ਪਿਛਲੇ ਲੈਕਚਰ ਵਿੱਚ ਕਿਹਾ ਸੀ, ਠੀਕ ਹੈ। ਨਿਰੀਖਕ ਨਹੀਂ, ਇਸ ਲਈ ਅਸੰਗਤ ਨਿਰੀਖਣਯੋਗ ਲੀਨੀਅਰ ਆਪਰੇਟਰ ਪਰਮਿਸ਼ਨ ਆਪਰੇਟਰ ਹਨ ਜਿਨ੍ਹਾਂ ਦੀ ਕਮਿਊਟੇਟਰ ਬਰੈਕਟ 0 ਜਾਂ ਨੌਨ ਜ਼ੀਰੋ ਹੋਵੇਗੀ, ਠੀਕ ਹੈ। ਤਾਂ ਇਹੀ ਹੈ ਜੋ ਅਸੀਂ ਦੇਖਿਆ ਕਿ ਉਸ ਖਾਸ ਕੇਸ ਵਿੱਚ ਤੁਸੀਂ ਇਹ ਦਿਖਾਉਣਾ ਚਾਹੁੰਦੇ ਸੀ ਕਿ ਆਪਰੇਟਰ ਦੀ ਸਟੈਂਡਰਡ ਡੇਵੀਏਸ਼ਨ ਆਪਰੇਟਰ B ਦੇ ਸਟੈਂਡਰਡ ਡੇਵੀਏਸ਼ਨ ਨਾਲ ਕੀਤੀ ਗੁਣਾ ਹੈ ਕਮਿਊਟੇਟਰ ਦੇ ਐਕਸਪੈਕਟੇਸ਼ਨ ਵੈਲਿਊ ਤੋਂ ਵੱਧ ਜਾਂ ਬਰਾਬਰ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਅਨੁਕੂਲ ਹਨ ਤਾਂ ਇਹ 0 ਹੋਵੇਗਾ। ਤੁਸੀਂ ਨਾਲ ਹੀ ਦੋ ਅਨੁਕੂਲ ਨਿਰੀਖਣਯੋਗਾਂ ਨੂੰ ਮਾਪ ਸਕਦੇ ਹੋ। ਕੋਈ ਡਿਸਟਰਬੈਂਸ ਨਹੀਂ ਹੈ, ਕੋਈ ਅਨਿਸ਼ਚਿਤਤਾ ਨਹੀਂ ਹੈ। ਸਿਰਫ ਜਦੋਂ ਕੋਈ ਅਸੰਗਤ ਹੋਵੇ ਤਾਂ ਤੁਹਾਨੂੰ ਇਹ ਸਮੱਸਿਆ ਹੈ ਕਿ ਮਿਆਰੀ ਵਿਵਹਾਰ ਜਾਂ ਅਨਿਸ਼ਚਿਤਤਾਵਾਨ ਲਈ ਪ੍ਰੋਡਕਟ ਦਾ ਇਹ ਬਾਉਂਡ ਹੈ ਜੋ ਕਮਿਊਟੇਟਰ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਅਤੇ ਇਹੀ ਸਵਾਲ ਹੈ ਜੋ ਤੁਹਾਨੂੰ ਇਸ ਨੂੰ ਸਾਬਤ ਕਰਨ ਦੀ ਲੋੜ ਹੈ, ਠੀਕ ਹੈ। ਮੈਨੂੰ ਸਲਾਈਡ ਤੇ ਉਹਨਾਂ ਹੋਰਾਂ ਲਈ ਸੋਲਿਊਸ਼ਨ ਦੀ ਸੰਖੇਪ ਜਾਣਕਾਰੀ ਦੇਣ ਦਿਓ ਜਿਨ੍ਹਾਂ ਨੇ ਇਸ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਪਰ ਤੁਸੀਂ ਵਾਪਸ ਜਾ ਸਕਦੇ ਹੋ ਅਤੇ ਚੀਜ਼ਾਂ ਦਾ ਕੰਮ ਦੁਬਾਰਾ ਕਰ ਸਕਦੇ ਹੋ। ਮੈਂ ਸਾਰੇ ਕਦਮ ਨਹੀਂ ਚੁੱਕ ਰਿਹਾ ਹਾਂ, ਪਰ ਜ਼ਰੂਰੀ ਕਦਮ ਉੱਥੇ ਰੱਖੇ ਗਏ ਹਨ, ਠੀਕ ਹੈ। ਪਹਿਲਾਂ ਤੁਸੀਂ ਆਪਰੇਟਰ A ਹੋਣ ਲਈ ਇੱਕ ਛੋਟਾ ਲਿਟਲ a ਲਿਖਣ ਦੀ ਕੋਸ਼ਿਸ਼ ਕਰੋ। ਇਹ ਆਪਰੇਟਰ ਦੀ ਐਕਸਪੈਕਟੇਸ਼ਨ ਵੈਲਿਊ ਹੈ। ਇਸ ਲਈ ਇਹ ਮੂਲ ਰੂਪ ਵਿੱਚ ਤੁਹਾਨੂੰ ਮੀਨ ਵੈਲਿਊ ਤੋਂ ਡੇਵੀਏਸ਼ਨ ਲੈ ਰਿਹਾ ਹੈ। ਇਸੇ ਤਰ੍ਹਾਂ ਲਿਟਲ b ਇਸੇ ਤਰੀਕੇ ਜੋ b ਨਾਲ ਕਮਿਊਟੇਟਰ ਬਰੈਕਟ a b ਕਮਿਊਟੇਟਰ ਬਰੈਕਟ ਨਾਲ ਇਹ ਹੁੰਦਾ ਹੈ। ਇਸ ਦਾ ਕੀ ਹੋਵੇਗਾ? ਇਹ ਬਿਲਕੁਲ ਲਿਟਲ b ਨਾਲ ਲਿਟਲ a ਦੀ ਤਰ੍ਹਾਂ ਹੋਵੇਗਾ। ਐਕਸਪੈਕਟੇਸ਼ਨ ਵੈਲਿਊ ਕਿਸੇ ਕਿਸਮ ਦਾ ਨੰਬਰ ਕਿਉਂ ਹੁੰਦਾ ਹੈ? ਇਸ ਲਈ ਇਹ ਅਸਲ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦਾ ਹੈ, ਠੀਕ ਹੈ। ਐਕਸਪੈਕਟੇਸ਼ਨ ਵੈਲਿਊ ਇੱਕ ਸੰਖਿਆ ਹੈ ਤਾਂ ਕਿ ਤੁਸੀਂ ਲਿਖ ਸਕੋ ਕਿ ਲਿਟਲ a ਲਿਟਲ b ਕਮਿਊਟੇਟਰ ਨਿਰੀਖਣਯੋਗ ਆਪਰੇਟਰ A ਕਮਿਊਟੇਟਰ ਦੇ ਸਮਾਨ ਹੈ। ਤਦ ਤੁਸੀਂ ਇਸ ਤੱਥ ਦੀ ਵਰਤੋਂ ਵੀ ਕਰ ਸਕਦੇ ਹੋ ਕਿ ਜੇ ਤੁਸੀਂ ਕੁਝ ਆਰਬਿਟਰੇਰੀ ਵਿਚਕਾਰ ਲਿਟਲ a b ਆਪਰੇਟਰ ਦੇ ਮੈਟ੍ਰਿਕਸ ਐਲੀਮੈਂਟ ਨੂੰ ਲੈਂਦੇ ਹੋ ਤਾਂ ਸਾਈ ਇੰਟਰਚੇਂਜ ਕਹੋ ਜੋ ਮੁਲਾਂਕਣ ਕੀਤੇ ਕਮਿਊਟੇਟਰ ਬਰੈਕਟ ਤੋਂ ਇਲਾਵਾ ਕੁਝ ਵੀ ਨਹੀਂ ਹੈ, ਇੱਕ ਐਕਸਪੈਕਟੇਸ਼ਨ ਹੈ। ਅਤੇ ਤੁਸੀਂ ਕਦਮ ਲੈ ਸਕਦੇ ਹੋ, ਤੁਸੀਂ ਪੁਸ਼ਟੀ ਕਰ ਸਕਦੇ ਹੋ, ਠੀਕ ਹੈ। ਤੁਸੀਂ ਸਾਈ ਦੇ ਨਾਲ A ਜਿਵੇਂ ਸਾਈ ਨਾਲ ਕੁਝ ਫਾਈ B ਜਿਵੇਂ ਕੁਝ ਕਾਈ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਫਿਰ ਇਹ ਇਸ ਦਾ ਸਟਾਰ ਹੋਵੇਗਾ। ਜੇਕਰ ਤੁਸੀਂ ਦੋ ਅਵਸਥਾਵਾਂ ਦੇ ਅੰਦਰੂਨੀ ਪ੍ਰੋਡਕਟ ਨੂੰ ਲੈਂਦੇ ਹੋ, ਉਹਨਾਂ ਦੋ ਅਵਸਥਾਵਾਂ ਦੇ ਅੰਦਰੂਨੀ ਪ੍ਰੋਡਕਟ ਦੇ ਸਟਾਰ ਨੂੰ ਮਾਈਨਸ ਕਰੋ, ਤਾਂ ਅੰਤਰ ਹਮੇਸ਼ਾ ਅਨੁਪਾਤਕ ਹੋਵੇਗਾ ਇਮੇਜਿਨਰੀ ਵੈਲਿਊ, ਠੀਕ ਹੈ। ਕੀ ਤੁਸੀਂ ਇਸ ਦੀ ਕੋਸ਼ਿਸ਼ ਕਰੋਗੇ? ਇਸ ਦੀ ਜਾਂਚ ਕਰੋ। ਸਾਈ ਨਾਲ B ਕੁਝ ਨਵੀਂ ਸਟੇਟ ਵਜੋਂ ਸਾਈ ਨਾਲ A ਕੁਝ ਹੋਰ ਸਟੇਟ ਦੇ ਵਜੋਂ ਲਓ ਅਤੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਦਿਖਾ ਸਕਦੇ ਹੋ ਕਿ A ਅੰਦਰੂਨੀ ਪ੍ਰੋਡਕਟ ਪ੍ਰਾਪਰਟੀ ਦੀ ਵਰਤੋਂ ਕਰਦਾ ਹੈ। ਅੰਦਰੂਨੀ ਪ੍ਰੋਡਕਟ ਪ੍ਰਾਪਰਟੀ ਕੀ ਹੈ? ਹਰਮਿਟੀਅਨ ਆਪਰੇਟਰ ਉਹ ਨਿਰੀਖਣਯੋਗ ਹਨ
ਇਸ ਲਈ ਇਹਨਾਂ ਦੋ ਪ੍ਰਾਪਰਟੀਜ਼ ਦੀ ਵਰਤੋਂ ਕਰੋ ਅਤੇ ਤੁਸੀਂ ਦਿਖਾ ਸਕਦੇ ਹੋ ਕਿ ਕਮਿਊਟੇਟਰ A B ਨਾਲ ਸਾਈ 2 ਵਾਰ I ਦਾ ਇਮੇਜਿਨਰੀ ਹਿੱਸਾ ਹੈ। ਠੀਕ ਹੈ। ਇਸ ਨੂੰ ਜਾਂਚ ਕਰਨ ਲਈ ਤੁਹਾਡੇ ਤੇ ਛੱਡਦੇ ਹਾਂ। ਠੀਕ ਹੈ। ਹੁਣ ਤੁਸੀਂ ਹੋਰ ਇਮੇਜਿਨਰੀ ਹਿੱਸਾ ਜੋੜ ਸਕਦੇ ਹੋ ਜੋ ਹਮੇਸ਼ਾ ਮੈਗਨੀਟਿਊਡ ਤੋਂ ਘੱਟ ਹੁੰਦਾ ਹੈ ਜਾਂ ਕਹੋ ਕਿ ਉਹ ਮੋਡੂਲਸ ਲੈ ਸਕਦਾ ਹੈ। ਅਤੇ ਫਿਰ ਆਪਣੀ ਸਵਰਟਜ਼ ਇਨਇਕੁਆਲਿਟੀ ਦੀ ਵਰਤੋਂ ਕਰੋ। ਸਵਰਟਜ਼ ਇਨਇਕੁਆਲਿਟੀ ਕੀ ਹੈ? ਡਾਟ ਪ੍ਰੋਡਕਟ ਜੇਕਰ ਤੁਸੀਂ ਲੈਂਦੇ ਹੋ ਤਾਂ ਤੁਸੀਂ ਦਿਖਾ ਸਕਦੇ ਹੋ ਕਿ ਮੋਡੂਲਸ ਸਕੁਆਇਰਡ ਵਿਅਕਤੀਗਤ ਅਵਸਥਾਵਾਂ ਦੇ ਮਾਨਦੰਡਾਂ ਤੋਂ ਘੱਟ ਹੈ। ਕੀ ਇਹ ਸਹੀ ਹੈ? ਹੁਣ ਤੁਸੀਂ ਇਸ ਨੂੰ ਇਸ ਵਿੱਚ ਵਾਪਸ ਲਗਾ ਸਕਦੇ ਹੋ ਅਤੇ ASI ਨਾਲ ASI ਡੈਲਟਾ ਤੋਂ ਇਲਾਵਾ ਕੁਝ ਵੀ ਨਹੀਂ ਹੈ ਜੋ ਅਸੀਂ ਜਾਂਚ ਵੀ ਸਕਦੇ ਹਾਂ। ਇਸ ਲਈ ਇੱਕ ਵਾਰ ਜਦੋਂ ਮੈਂ ਇਸ ਨੂੰ ਭਰਦਾ ਹਾਂ ਤਾਂ ਇਹ ਡੈਲਟਾ A ਸਕੁਆਇਰਡ ਹੈ, ਇਹ ਡੈਲਟਾ B ਸਕੁਆਇਰਡ ਹੈ। ਅਤੇ ਤੁਸੀਂ ਇੱਥੇ ਇਸ ਪੜਾਅ ਤੇ ਵਾਪਸ ਜਾਓ ਅਤੇ ਤੁਸੀਂ ਇਹ ਦਿਖਾ ਸਕਦੇ ਹੋ ਕਿ ਅਤੇ A B ਦਾ ਕਮਿਊਟੇਟਰ ਕੈਪੀਟਲ A ਕੈਪੀਟਲ B ਦਾ ਕਮਿਊਟੇਟਰ ਹੈ। ਇਸ ਲਈ ਤੁਸੀਂ ਡੈਲਟਾ A ਨੂੰ ਡੈਲਟਾ B ਸਾਬਤ ਕਰ ਸਕਦੇ ਹੋ। ਇਸ ਲਈ ਮੈਂ ਤੁਹਾਨੂੰ ਹੁਣੇ ਹੀ ਕਦਮ ਦਿੱਤੇ ਹਨ। ਤੁਸੀਂ ਵਾਪਸ ਜਾਓ ਅਤੇ ਇਸ ਖਲਾਅ ਨੂੰ ਭਰੋ ਅਤੇ ਤੁਸੀਂ ਇਸ ਨੂੰ ਸਾਬਤ ਕਰਨ ਦੇ ਯੋਗ ਹੋਵੋਗੇ। ਠੀਕ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸ ਅੱਧੇ ਫੈਕਟਰ ਵਿੱਚ ਕੋਈ ਗਲਤੀ ਹੈ। ਇਹ ਸਮੁੱਚੇ ਤੌਰ ਤੇ ਦੋ ਕਾਰਕ ਕਿਉਂਕਿ ਇਹ ਇਮੇਜਿਨਰੀ ਹਿੱਸਾ ਜੋ ਤੁਸੀਂ ਕਹਿਣ ਜਾ ਰਹੇ ਹੋ ਅਤੇ I ਨੂੰ ਰੱਖੋ। ਕਿਸੇ ਵੀ ਪ੍ਰਸ਼ਨ ਨੂੰ ਜਲਦੀ ਪ੍ਰਾਪਤ ਕਰਨ ਲਈ ਇਸ ਇਕੁਏਸ਼ਨ ਦਾ ਵਿਸ਼ਾ ਇਹ ਦਰਸਾਉਣਾ ਹੈ ਕਿ ਜੇਕਰ ਤੁਹਾਡੇ ਕੋਲ ਅਸੰਗਤ ਨਿਰੀਖਣਯੋਗ ਹਨ ਤਾਂ ਸਹੀ ਮਾਪਣ ਵਿੱਚ ਅਨਿਸ਼ਚਿਤਤਾ ਹੋਵੇਗੀ। ਦੋਵੇਂ ਨਿਰੀਖਣਯੋਗ ਇੱਕੋ ਸਮੇਂ ਹਨ ਕਿਉਂਕਿ ਕਮਿਊਟੇਟਰ ਬ੍ਰੈਕਟ ਹੈ। ਇਸ ਲਈ P ਇਕੁਅਲ 2 ਨਾਲ X ਦੀ ਕਮਿਊਟੇਟਰ ਬ੍ਰੈਕਟ ਹੈ ਇਕੁਅਲ ਨੋਨ ਜ਼ੀਰੋ ਕਿਉਂ ਨਹੀਂ? ਤੁਹਾਡੇ ਕੋਲ ਅਨਿਸ਼ਚਿਤਤਾ ਹੈ। ਜੇਕਰ ਤੁਸੀਂ ਪਾਰਟੀਕਲ ਦੀ ਪੋਜੀਸ਼ਨ ਨੂੰ ਸਹੀ ਢੰਗ ਨਾਲ ਮਾਪਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਮੋਮੈਂਟਮ ਜਾਂ ਇਸ ਦੇ ਬਰਾਬਰ ਵੇਵ ਦੀ ਵੇਵਲੈਂਥ ਬਾਰੇ ਜਾਣਕਾਰੀ ਗੁਆ ਦਿੰਦੇ ਹੋ। ਅਤੇ ਇਸ ਦੇ ਉਲਟ ਕੋਈ ਵੀ ਆਪਰੇਟਰ ਜਿਸ ਦਾ ਕਮਿਊਟੇਟਰ ਸਿਫਰ ਨਹੀਂ ਹੈ ਤਦ ਮਾਪ ਵਿੱਚ ਅਨਿਸ਼ਚਿਤਤਾ ਹੈ। ਇਹਨਾਂ ਦੋਵਾਂ ਨੂੰ ਸਹੀ ਢੰਗ ਨਾਲ ਮਾਪਿਆ ਨਹੀਂ ਜਾ ਸਕਦਾ। ਮੈਥੇਮੈਟੀਕਲ ਇਕੁਏਸ਼ਨ ਨੂੰ ਕਹਿਣ ਦਾ ਮੌਖਿਕ ਤਰੀਕਾ ਲਿਖਿਆ ਗਿਆ ਹੈ। ਇਸ ਨੂੰ ਇੱਥੇ ਹਟਾ ਦਿੱਤਾ ਗਿਆ ਹੈ ਕਿ ਇਹ ਇਮੇਜਿਨਰੀ ਹਿੱਸਾ ਇਸ ਤੋਂ ਘੱਟ ਜਾਂ ਬਰਾਬਰ ਹੈ ਅਤੇ ਫਿਰ ਤੁਸੀਂ ਇਸ ਨੂੰ ਸਬਸਟੀਟਿਊਟ ਕਰ ਦਿਓ। ਸਾਈ ਤੁਹਾਨੂੰ ਸਿਰਫ ਦੱਸ ਰਿਹਾ ਸੀ ਕਿ ਇੱਥੇ ਦ੍ਰਿਸ਼ਟੀਕੋਣ ਹਨ ਪਰ ਫਿਜ਼ਿਕਸ ਨੂੰ ਉਹੀ ਇੱਕ ਸੁਵਿਧਾਜਨਕ ਦ੍ਰਿਸ਼ਟੀਕੋਣ ਰਹਿਣਾ ਚਾਹੀਦਾ ਹੈ ਜਿਸ ਦੀ ਅਸੀਂ ਕੁਆਂਟਮ ਮਕੈਨਿਕਸ ਵਿੱਚ ਪਾਲਣਾ ਕਰਦੇ ਹਾਂ ਜੋ ਸਕ੍ਰੋਡਿੰਗਰ ਤਸਵੀਰ ਹੈ। ਸ਼ਕ੍ਰੋਡਿੰਗਰ ਤਸਵੀਰ ਕੀ ਹੈ? ਇਹ ਪਹਿਲਾਂ ਹੀ ਸ਼ੁਰੂ ਵਿੱਚ ਕਿਹਾ ਜਾ ਚੁੱਕਾ ਹੈ ਕਿ ਸਟੇਟ ਵੈਕਟਰ ਟਾਈਮ ਨਾਲ ਵਿਕਸਤ ਹੁੰਦਾ ਹੈ। ਠੀਕ ਹੈ। ਇਸ ਲਈ ਜਿਸ ਤਰੀਕੇ ਨਾਲ ਅਸੀਂ ਲੈਂਦੇ ਹਾਂ ਜਿੱਥੇ ਅਸੀਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ T ਦਾ ਸਾਈ ਯਾਦ ਹੈ। ਅਸੀਂ T ਨੌਟ ਦੇ ਸਾਈ ਤੇ ਇੱਕ ਯੂਨਿਟਰੀ ਆਪਰੇਟਰ T, T ਲਿਖਿਆ ਹੈ। ਅਸੀਂ ਟਾਈਮ ਨਾਲ ਵਿਕਸਤ ਹੋਣ ਲਈ ਸਟੇਟ ਵੈਕਟਰ ਲਏ ਪਰ ਜਦੋਂ ਅਸੀਂ ਸਟੇਟ ਸਾਈ ਵਿੱਚ ਤਿਆਰ ਕੀਤੇ ਸਿਸਟਮ ਲਈ X ਦਾ ਐਕਸਪੈਕਟੇਸ਼ਨ ਵੈਲਿਊ ਲੱਭਣਾ ਚਾਹੁੰਦੇ ਹਾਂ ਅਸੀਂ ਇਸ ਨੂੰ T ਦੇ ਸਾਈ T ਦੇ X ਸਾਈ ਦੇ ਰੂਪ ਵਿੱਚ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ X ਆਪਰੇਟਰ ਦੀ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਾ ਹੋਵੇ। ਜਿਵੇਂ ਕਿ ਤੁਹਾਡੇ ਕੋਲ ਕੁਝ ਆਪਰੇਟਰ ਹੋ ਸਕਦਾ ਹੈ ਜਿਵੇਂ ਕਿ ਇੱਕ ਆਪਰੇਟਰ X ਕਿਊਬ T ਟਾਈਮਸ XP ਸਕੁਏਅਰਡ ਦੇ ਰੂਪ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੁਝ ਆਪਰੇਟਰ ਸਮੇਸ਼ਨ ਹੋ ਸਕਦੇ ਹਨ। ਇਸ ਵਿੱਚ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਹੈ। ਅਸੀਂ ਅਜਿਹੇ ਆਪਰੇਟਰਾਂ ਨੂੰ ਨਹੀਂ ਦੇਖ ਰਹੇ ਹਾਂ ਜਦੋਂ ਮੈਂ ਕਹਿੰਦਾ ਹਾਂ X ਕੋਲ ਸਪਸ਼ਟ ਟਾਈਮ ਨਿਰਭਰਤਾ ਨਹੀਂ ਹੈ। P
एंगुलर मोमेंटम L जो कि R क्रॉस P है। कोई स्पष्ट टाइम डिपेंडेंस नहीं है। ठीक है, पर क्योंकि स्टेट वेक्टर ਜਾਂ ਟਾਈਮ ਵਿੱਚ ਵਿਕਾਸ ਹੁੰਦਾ ਹੈ, ਤੁਹਾਡੇ ਕੋਲ ਹੋ ਸਕਦਾ ਹੈ। ਤੁਸੀਂ ਸਿਧਾਂਤ ਵਿੱਚ x ਦੀ ਐਕਸਪੈਕਟੇਸ਼ਨ ਵੈਲਿਊ ਦਾ ਟਾਈਮ ਡੈਰੀਵੇਟਿਵ ਕਰ ਸਕਦੇ ਹੋ। ਟਾਈਮ ਦਾ ਇਹ ਫੰਕਸ਼ਨ ਹੋ ਸਕਦਾ ਹੈ। ਰਾਈਟ, ਇਹ ਇਸ ਕਿਸਮ ਦੀਆਂ ਚੀਜ਼ਾਂ ਹਨ ਜੋ ਅਸੀਂ ਸ਼ਕਰੋਡਿੰਗਰ ਤਸਵੀਰ ਵਿੱਚ ਕਰਦੇ ਹਾਂ, ਜਿੱਥੇ ਅਸੀਂ ਇਹਨਾਂ ਆਪਰੇਟਰਾਂ ਨੂੰ ਦੇਖਦੇ ਹਾਂ ਜੋ ਨਹੀਂ ਕਰਦੇ ਉਹ ਉਹਨਾਂ ਦੇ ਇੰਡੀਪੈਂਡੈਂਟ ਹੁੰਦੇ ਹਨ। ਕੋਈ ਟਾਈਮ ਡਿਪੈਂਡੈਂਸ ਨਹੀਂ ਹੁੰਦੀ ਹੈ। ਟਾਈਮ ਡਿਪੈਂਡੈਂਸ ਸਟੇਟ ਤੇ ਰੱਖੀ ਜਾਂਦੀ ਹੈ। ਇਸ ਲਈ ਟਾਈਮ ਡਿਪੈਂਡੈਂਸ ਸਟੇਟ ਵੈਕਟਰ ਤੇ ਦਿਖਾਈ ਦਿੰਦੀ ਹੈ, ਪਰ ਆਪਰੇਟਰ ਟਾਈਮ ਤੋਂ ਇੰਡੀਪੈਂਡੈਂਟ ਹੁੰਦਾ ਹੈ। ਅਤੇ ਉਹ ਸਧਾਰਨ ਆਪਰੇਟਰਾਂ ਨੂੰ ਦੇਖ ਰਹੇ ਹਨ ਜਿਨ੍ਹਾਂ ਕੋਲ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ, ਜਾਂ ਇਸ ਕਿਸਮ ਦੇ ਆਪਰੇਟਰਾਂ ਨੂੰ ਇਹ ਵੀ ਇੱਕ ਮਨਜ਼ੂਰ ਆਪਰੇਟਰ ਹੈ। ਪਰ ਇਹ ਇੱਕ ਸਪਸ਼ਟ ਟਾਈਮ ਡਿਪੈਂਡੈਂਸ ਦੇ ਰੂਪ ਵਿੱਚ ਅਸੀਂ ਇਸ ਕਿਸਮ ਦੇ ਆਪਰੇਟਰਾਂ ਨੂੰ ਵੇਖਦੇ ਹਾਂ ਜਿਨ੍ਹਾਂ ਕੋਲ ਸਪਸ਼ਟ ਸਟੇਟ ਵੈਕਟਰ ਟਾਈਮ ਵਿੱਚ ਵਿਕਸਤ ਨਹੀਂ ਹੁੰਦੇ ਹਨ। ਪਰ ਆਪਰੇਟਰ x ਅਤੇ p ਟਾਈਮ ਆਪਰੇਟਰਾਂ ਨਾਲ ਵਿਕਸਤ ਨਹੀਂ ਹੁੰਦੇ ਜੋ ਉਹਨਾਂ ਆਪਰੇਟਰਾਂ ਦੇ ਮੈਟ੍ਰਿਕਸ ਐਲੀਮੈਂਟਾਂ ਦੇ ਰੂਪ ਵਿੱਚ ਕਰਦੇ ਹਨ ਜੋ ਆਪਣੇ ਆਪ ਵਿੱਚ ਮੈਟ੍ਰਿਕਸ ਐਲੀਮੈਂਟ ਹੋ ਸਕਦੇ ਹਨ। ਸਟੇਟ ਦੇ ਕਾਰਨ ਟਾਈਮ ਵਿੱਚ ਇੱਕ ਵਿਕਾਸ ਹੁੰਦਾ ਹੈ। ਇਸ ਲਈ ਦੱਸੋ ਅਜਿਹੇ ਆਪਰੇਟਰ ਨਿਰੀਖਣਯੋਗਾਂ ਨਾਲ ਮੇਲ ਖਾਂਦੇ ਹਨ। ਇੱਥੇ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ ਜੋ ਅਸੀਂ ਲੈ ਸਕਦੇ। ਇਹ ਪੋਜੀਸ਼ਨ ਆਪਰੇਟਰ ਹੋ ਸਕਦਾ ਹੈ, ਜਾਂ ਇਹ ਇੱਕ ਮੋਮੈਂਟਮ ਆਪਰੇਟਰ ਹੋ ਸਕਦਾ ਹੈ, ਜਾਂ ਐਂਗੂਲਰ ਮੋਮੈਂਟਮ ਆਪਰੇਟਰ ਵੱਖ-ਵੱਖ ਸਟੇਟ ਵੈਕਟਰਾਂ ਵਿਚਕਾਰ ਸਟੇਟ ਵੈਕਟਰਾਂ ਦੇ ਮੈਟ੍ਰਿਕਸ ਐਲੀਮੈਂਟ ਹੋ ਸਕਦੇ ਹਨ। ਇਸੇ ਸਮੇਂ ਇਸ ਦੇ ਨਾਲ ਹੀ ਤੁਸੀਂ ਸਕਰੋਡਿੰਗਰ ਇਵੋਲੂਸ਼ਨ ਇਕੁਏਸ਼ਨ ਦੀ ਵਰਤੋਂ ਕਰ ਸਕਦੇ ਹੋ, ਜੋ ਕਿ ਯੂਨਿਟਰੀ ਆਪਰੇਟਰ ਹੈ ਜੋ ਸ਼ੁਰੂਆਤੀ ਸਟੇਟ ਤੇ ਸ਼ੁਰੂਆਤੀ ਟਾਈਮ t0 ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਬਰਾ ਵੈਕਟਰ ਤੇ ਇਹ u ਡੈਗਰ ਹੋਣ ਜਾ ਰਿਹਾ ਹੈ। ਇਸ ਲਈ ਖੱਬੇ ਪਾਸੇ ਦੇ ਇਸ ਮੈਟ੍ਰਿਕਸ ਐਲੀਮੈਂਟ ਨੂੰ ਸਪਸ਼ਟ ਤੌਰ ਤੇ ਲਿਖਿਆ ਜਾ ਸਕਦਾ ਹੈ ਕਿਉਂਕਿ ਮੈਟ੍ਰਿਕਸ ਐਲੀਮੈਂਟ ਸ਼ੁਰੂਆਤੀ ਸਟੇਟ ਦੇ ਵਿਚਕਾਰ ਆਪਰੇਟਰ ਨੂੰ ਸੈਂਡਵਿਚ ਕਰਦੇ ਹੋਏ ਦੋਵੇਂ ਪਾਸੇ ਇਸ ਯੂਨਿਟਰੀ ਆਪਰੇਟਰ ਨਾਲ t0 ਹੋਣ ਲਈ ਸ਼ੁਰੂਆਤੀ ਟਾਈਮ ਲੈਂਦਾ ਹੈ। ਇਹ ਯੂਨਿਟਰੀ ਆਪਰੇਟਰ ਕੀ ਹੈ? ਤੁਸੀਂ ਇਹ ਕੀਤਾ ਹੈ। ਇਹ -ih t -t0 ਨੂੰ e ਹੈ, ਇੱਕ ਹੈ। u ਡੈਗਰ ਹੋਵੇਗਾ। u ਡੈਗਰ ਇਸ ਦਾ ਇਨਵਰਸ ਹੋਵੇਗਾ। ਠੀਕ ਹੈ। t ਦਾ ਮੈਟ੍ਰਿਕਸ ਐਲੀਮੈਂਟ ਅਲਫਾ ਅਲਫਾ ਕੋਮਾ t ਜਾਂ t ਦਾ ਅਲਫਾ ਲਿਖ ਸਕਦੇ ਹਾਂ। ਦੋਵੇਂ ਬਰਾਬਰ ਹਨ ਅਤੇ ਫਿਰ ਕੁਝ ਨਿਰੀਖਣਯੋਗ ਹਨ ਜਿਨ੍ਹਾਂ ਦੀ t ਦੇ ਨਾਲ ਕੋਈ ਸਪਸ਼ਟ ਟਾਈਮ ਡਿਪੈਂਡੈਂਸ ਨਹੀਂ ਹੈ। ਤੁਸੀਂ ਇਸ ਨੂੰ t0 u ਡੈਗਰ t t0 ਇਹ ਆਪਰੇਟਰ ਦੇ ਅਲਫਾ ਦੇ ਤੌਰ ਤੇ ਲਿਖ ਸਕਦੇ ਹੋ। ਬੀਟਾ ਆਫ ਦਾ t t0 t ਦਾ u ਇਹ ਕੁਝ ਘੰਟੀ ਵਜਾਉਣ ਦੀ ਕਿਸਮ ਹੈ। ਇਹ ਇਸ ਇਕੁਏਸ਼ਨ ਨੂੰ ਦੱਸਦਾ ਹੈ ਕਿ ਇਹ ਕੀ ਦੱਸ ਰਿਹਾ ਹੈ। ਤੁਸੀਂ ਸਟੇਟ ਨੂੰ ਫਰੀਜ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਆਪਰੇਟਰ ਨੂੰ ਬਦਲੋ। ਅਤੇ ਇਹ ਸੁਨਿਸ਼ਚਿਤ ਕਰੋ ਕਿ ਮੈਟ੍ਰਿਕਸ ਐਲੀਮੈਂਟ I ਭਾਵੇਂ ਸਟੇਟ ਵਿਕਾਸ ਨਾਲ ਕੰਮ ਕਰਦਾ ਹੈ ਜਾਂ ਸਟੇਟ ਫਿਕਸਡ ਦੇ ਨਾਲ ਵਿਕਸਿਤ ਆਪਰੇਟਰ ਉਹੀ ਹੈ। ਠੀਕ ਹੈ। ਇਸ ਲਈ ਇਹੀ ਹੈ ਜੋ ਇਹ ਦੱਸਦਾ ਹੈ ਕਿ ਜਾਂ ਤਾਂ ਤੁਸੀਂ ਸਟੇਟ ਨੂੰ ਵਿਕਸਿਤ ਕਰਦੇ ਹੋ ਅਤੇ ਮੈਟ੍ਰਿਕਸ ਐਲੀਮੈਂਟ ਦਾ ਮੁਲਾਂਕਣ ਕਰਦੇ ਹੋ, ਜਾਂ ਤੁਸੀਂ ਸਟੇਟ ਨੂੰ ਠੀਕ ਕਰਦੇ ਅਤੇ ਸੋਧਦੇ ਹੋ। ਇਸ ਨੂੰ ਟਾਈਮ ਡਿਪੈਂਡੈਂਸ ਹੋਣਾ ਰੱਖੋ। ਇਹੀ ਹੈ ਜੋ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇੱਥੇ ਦੋ ਦ੍ਰਿਸ਼ਟੀਕੋਣ ਹਨ। ਇੱਕ ਸ਼ਕਰੋਡਿੰਗਰ ਤਸਵੀਰ ਸੀ ਜੋ ਇਹ ਖੱਬੇ ਹੱਥ ਸੀ ਜੋ ਤੁਸੀਂ ਕਈ ਵਾਰ ਕੀਤੀ ਸੀ। ਪਰ ਕੀ ਅਸੀਂ ਸਟੇਟਸ
ਨੂੰ ਇੱਕ ਸ਼ੁਰੂਆਤੀ ਸਟੇਟ ਬਣਾਉਣ ਲਈ ਫ੍ਰੀਜ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਆਪਰੇਟਰ ਤੇ ਜੋ ਵੀ ਸੋਧ ਹੋਵੇ ਪਾ ਸਕਦੇ ਹਾਂ। ਇਸ ਲਈ ਇਹੀ ਹੈ ਜੋ ਕੀਤਾ ਜਾ ਰਿਹਾ ਹੈ। ਤਾਂ ਇਸ ਕਿਸਮ ਦਾ ਸਾਨੂੰ ਇਹ ਸੰਕੇਤ ਮਿਲਦਾ ਹੈ ਕਿ ਤੁਸੀਂ ਇੱਕ ਵੱਖਰੀ ਤਸਵੀਰ ਵਿੱਚ ਉਪਰੋਕਤ ਇਕੁਏਸ਼ਨ ਨੂੰ ਬਰਾਬਰ ਰੂਪ ਵਿੱਚ ਦੇਖ ਸਕਦੇ ਹੋ ਜੋ ਵੱਖਰੀ ਤਸਵੀਰ ਨੂੰ ਹਾਈਜ਼ਨਬਰਗ ਕਿਹਾ ਜਾਂਦਾ ਹੈ। ਠੀਕ ਹੈ। ਇਹ ਤਸਵੀਰ ਹੁਣ ਕੀ ਹੈ ਇਸ ਦੀ ਸਪੈਲਿੰਗ ਪਹਿਲਾਂ ਹੀ ਦੱਸ ਚੁੱਕੀ ਹੈ। ਇਹ ਹੈ ਕਿ ਕਨਵਰਸ ਸਟੇਟ ਵੈਕਟਰ ਨੂੰ ਕੁਝ ਖਾਸ ਟਾਈਮ t ਲਈ ਫ੍ਰੀਜ਼ ਕਰਨ ਲਈ ਬਣਾਉਂਦਾ ਹੈ। ਇਸ ਨੂੰ ਟਾਈਮ ਵਿੱਚ ਵਿਕਸਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਪਰ ਆਪਣੇ ਸਾਰੇ ਲੀਨੀਅਰ ਆਪਰੇਟਰਾਂ ਨੂੰ ਨਿਰੀਖਣਯੋਗਾਂ ਦੇ ਅਨੁਸਾਰੀ ਬਣਾਓ ਜੋ ਸਮੇਂ ਦੇ ਨਾਲ ਵਿਕਸਿਤ ਹੋਣ ਲਈ ਹਰਮੀਟੀਅਨ ਆਪਰੇਟਰ ਹਨ। ਪਰ ਫਾਰਮ ਕੀ ਹੈ? ਇਹ ਆਰਬਿਟਰੀ ਨਹੀਂ ਹੈ। ਇਹ ਮੈਟ੍ਰਿਕਸ ਐਲੀਮੈਂਟ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਪਹਿਲਾਂ ਪਾਰਦਰਸ਼ਤਾ ਵਿੱਚ ਦੇਖਿਆ ਸੀ। ਤਾਂ ਜੋ ਇਹ ਫਾਰਮ ਹੈ। ਇਸ ਇਕੁਏਸ਼ਨ ਨੂੰ ਦੇਖ ਕੇ ਫਾਰਮ ਦਾ ਸੁਝਾਅ ਦਿੱਤਾ ਗਿਆ ਹੈ। ਪਰ t ਦਾ ਆਪਰੇਟਰ A ਦਾ ਟਾਈਮ ਵਿਕਾਸ ਹੈ ਜੋ ਕਿ t = t0 ਦੇ ਖਾਸ ਸਮੇਂ ਤੇ ਇਹ ਆਪਰੇਟਰ ਹੋਣਾ ਚਾਹੀਦਾ ਹੈ। ਅਤੇ ਤੁਸੀਂ ਟਾਈਮ ਦਾ ਵਿਕਾਸ ਇਸ ਤਰੀਕੇ ਨਾਲ ਕਰਦੇ ਹੋ। ਠੀਕ ਹੈ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਹਾਈਜ਼ਨਬਰਗ ਤਸਵੀਰ ਵਿੱਚ ਅਸੀਂ ਸਥਿਤੀਆਂ ਨੂੰ t0 ਤੇ ਫ੍ਰੀਜ਼ ਕੀਤੇ ਜਾਣ ਲਈ ਲੈਂਦੇ ਹਾਂ ਅਤੇ ਅਸੀਂ ਤੁਹਾਡੇ ਸਾਰੇ ਆਪਰੇਟਰਾਂ ਨੂੰ t0 ਤੇ ਲੈਂਦੇ ਹਾਂ ਅਤੇ ਫਿਰ ਮਲਟੀਪਲਾਈ u ਡੈਗਰ ਫਿਰ ਮਲਟੀਪਲਾਈ u ਡੈਗਰ ਅਤੇ ਪੋਸਟ ਮਲਟੀਪਲਾਈ u ਟਾਈਮ ਡਿਪੈਂਡੈਂਟ ਲਿਖਣ ਲਈ ਆਪਰੇਟਰ ਬਹੁਤ ਸਹੀ ਹੋਣ ਲਈ ਮੈਨੂੰ ਇੱਥੇ ਇਹ ਸਬਸਕ੍ਰਿਪਟ h ਰੱਖਣੀ ਚਾਹੀਦੀ ਹੈ। ਠੀਕ ਹੈ। ਇਸ ਲਈ ਮੈਨੂੰ ਇੱਥੇ ਲਿਖਣ ਦਿਓ। ਇਸ ਲਈ ਸਕ੍ਰੋਡਿੰਗਰ ਤਸਵੀਰ ਹਾਈਜ਼ਨਬਰਗ ਤਸਵੀਰ ਤੁਹਾਡੇ ਕੋਲ t ਦਾ ਸਾਈ ਹੋਵੇਗਾ। ਠੀਕ ਹੈ। ਅਤੇ ਤੁਸੀਂ ਕਰ ਸਕਦੇ ਹੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਇੱਕ ਐਸ ਪਾ ਸਕਦੇ ਹੋ। ਇਹ ਯਾਦ ਰੱਖਣਾ ਹੈ ਕਿ ਇਹ ਸਕ੍ਰੋਡਿੰਗਰ ਸਟੇਟ ਹੈ ਜੋ ਤੁਹਾਡੇ ਬਰਾਬਰ ਹੈ। ਮੈਂ ਇੱਥੇ ਸਾਈ ਲਿਖ ਸਕਦਾ ਹਾਂ ਅਤੇ ਬਿਨਾਂ ਕਿਸੇ ਟਾਈਮ ਡਿਪੈਂਡੈਂਸ ਰੱਖੇ ਹਾਈਜ਼ਨਬਰਗ ਤਸਵੀਰ ਵਿੱਚ ਸਟੇਟ ਨੂੰ ਫ੍ਰੀਜ਼ ਕਰਨ ਲਈ t0 ਤੇ ਸਾਈ s ਤੋਂ ਇਲਾਵਾ ਕੁਝ ਵੀ ਨਹੀਂ ਕਿ t0 ਤੇ। ਠੀਕ ਹੈ। ਇਸ ਲਈ ਇੱਥੇ ਕੋਈ ਵੀ ਆਪਰੇਟਰ ਜੋ ਮੈਂ t ਦਾ as ah ਲਿਖਦਾ ਹਾਂ ਉਹ u ਡੈਗਰ t, t0 ਹੋਵੇਗਾ। ਇਸ ਲਈ ਤੁਸੀਂ ਇਸੇ ਨੂੰ ਵੀ ਆਪਰੇਟਰ ਦੇ ਬਰਾਬਰ ਮੰਨਿਆ ਜਾ ਸਕਦਾ ਹੈ ਜੋ ਇੱਥੇ ਫ੍ਰੀਜ਼ ਕੀਤਾ ਗਿਆ ਹੈ। ਇੱਥੇ ਕੋਈ ਟਾਈਮ ਵਿਕਾਸ ਆਪਰੇਟਰ ਨਹੀਂ ਹੈ ਪਰ ਇੱਥੇ ਉੱਚ ਸਕ੍ਰੋਡਿੰਗਰ ਤਸਵੀਰ ਵਿੱਚ ਹਾਈਜ਼ਨਬਰਗ ਤਸਵੀਰ ਸਟੇਟ ਦੇ ਬਰਾਬਰ ਰੂਪ ਵਿੱਚ ਸਟੇਟਸ ਦਾ ਇਹ ਸਟੇਟ ਵਿਕਾਸ ਹੈ ਜੋ ਕਿ ਟਾਈਮ ਵਿੱਚ ਵਿਕਸਤ ਹੁੰਦਾ ਹੈ ਜੋ ਟਾਈਮ ਵਿੱਚ ਵਿਕਸਤ ਹੁੰਦਾ ਹੈ। ਇੱਥੇ hs ਅਤੇ hh ਦਾ ਇੱਥੇ ਕੀ ਹੁੰਦਾ ਹੈ ਕਿ ਉਹ ਵੱਖ-ਵੱਖ ਹਨ ਜਾਂ ਉਹ ਇੱਕੋ ਜਿਹੇ ਹਨ? ਕਿਉਂ? ਇਸ ਵਿੱਚ ਹੈਮਿਲਟੋਨੀਅਨ ਆਪਰੇਟਰ ਦਾ ਐਕਸਪੋਨੈਂਸ਼ੀਅਲ ਸ਼ਾਮਲ ਹੈ। ਉਹ ਕੰਮਿਊਟ ਕਰੇਗਾ। u ਡੈਗਰ u ਆਈਡੈਂਟਿਟੀ ਹੈ। ਲਿਖੋ u ਡੈਗਰ u ਆਈਡੈਂਟਿਟੀ ਹੈ। u ਡੈਗਰ h u ਵੀ ਹੈ। ਪਰ ਇਸ ਵਿੱਚ
ਕੁਝ ਹੋਰ ਆਪਰੇਟਰ ਯੂ ਡੈਗਰ ਹੈ ਜੋ ਜਨਰਲ ਏ ਦੇ ਬਰਾਬਰ ਨਹੀਂ ਹੈ, ਇਸ ਲਈ ਇਸ ਪ੍ਰੋਪਰਟੀ ਦੇ ਕਾਰਨ ਯੂ ਡੈਗਰ ਐਚ ਯੂ ਬਰਾਬਰ ਤੁਸੀਂ ਦਿਖਾ ਸਕਦੇ ਹੋ ਕਿ ਇਹ ਉਹੀ ਹੈ ਜੋ ਰਸਮੀ ਤੌਰ ਤੇ ਲਿਖਿਆ ਜਾ ਸਕਦਾ ਹੈ ਕਿਉਂਕਿ ਐਚ ਹੈਮਿਲਟੋਨੀਅਨ ਦੋਵਾਂ ਤਸਵੀਰਾਂ ਵਿੱਚ ਇੱਕੋ ਜਿਹਾ ਹੈ। ਪਰ ਸਕ੍ਰੋਡਿੰਗਰ ਤਸਵੀਰ ਵਿੱਚ ਹੋਰ ਆਪਰੇਟਰ ਟਾਈਮ ਵਿੱਚ ਵਿਕਸਤ ਨਹੀਂ ਹੁੰਦੇ ਹਨ, ਜਦੋਂ ਕਿ ਉਹ ਟਾਈਮ ਦੇ ਵਿਕਾਸ ਆਪਰੇਟਰ ਦੁਆਰਾ ਨਿਰਧਾਰਤ ਟਾਈਮ ਵਿੱਚ ਵਿਕਸਤ ਹੁੰਦੇ ਹਨ। ਅਤੇ ਇਹ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਸਕ੍ਰੋਡਿੰਗਰ ਤਸਵੀਰ ਵਿੱਚ ਮੈਟ੍ਰਿਕਸ ਐਲੀਮੈਂਟ ਦਾ ਮੁਲਾਂਕਣ ਹਾਈਜ਼ਨਬਰਗ ਵਿੱਚ ਮੈਟ੍ਰਿਕਸ ਐਲੀਮੈਂਟ ਵਾਂਗ ਹੀ ਹੋਣ ਜਾ ਰਿਹਾ ਹੈ। ਇਸ ਲਈ ਇਸ ਦਾ ਇੱਥੇ ਸਾਰ ਦੇਣਾ ਹੈ। ਸਕ੍ਰੋਡਿੰਗਰ ਐਚ ਨੂੰ ਡਿਨੋਟ ਕਰਨ ਲਈ ਸਬਸਕ੍ਰਿਪਟ ਐਸ ਦੀ ਵਰਤੋਂ ਕਰੋ। ਸਕ੍ਰੋਡਿੰਗਰ ਤਸਵੀਰ ਵਿੱਚ ਹਾਈਜ਼ਨਬਰਗ ਆਪਰੇਟਰ ਨੂੰ ਡਿਨੋਟ ਕਰਨ ਲਈ ਇਹ ਸਬਸਕ੍ਰਿਪਟ ਐਸ ਹੈ। ਅਤੇ ਤੁਸੀਂ ਹਾਈਜ਼ਨਬਰਗ ਆਪਰੇਟਰ ਲਿਖ ਸਕਦੇ ਹੋ ਜੋ ਕਿ ਯੂਨਿਟਰੀ ਵਿਕਾਸ ਦੇ ਤੌਰ ਤੇ ਟਾਈਮ ਡਿਪੈਂਡੈਂਟ ਹੈ। ਡੈਗਰ ਆਪਰੇਸ਼ਨ ਨੂੰ ਟੀ ਤੋਂ ਨੋਟ ਜਾਂ ਟੀ ਨॉट ਟੀ ਤੋਂ ਟੀ ਤੱਕ ਬਰਾਬਰ ਡੈਗਰ ਦੇ ਬਿਨਾਂ ਲਿਖਿਆ ਜਾ ਸਕਦਾ ਹੈ, ਪਰ ਅੰਤਮ ਟਾਈਮ ਤੇ ਸ਼ੁਰੂਆਤੀ ਨੂੰ ਇੰਟਰਚੇਂਜ ਕਰਦੇ ਹੋਏ ਟੀ ਨੋਟ ਲਿਟਲ ਤੋਂ ਜਾ ਰਿਹਾ ਤੁਸੀਂ ਟੀ ਤੋਂ ਟੀ ਨॉट ਤੱਕ ਜਾ ਸਕਦੇ ਹੋ, ਜੋ ਕਿ ਇੱਕ ਇਨਵਰਸ ਹੈ। ਉਹ ਚੀਜ਼ਾਂ ਹਨ ਜੋ ਤੁਹਾਨੂੰ ਯੂਨਿਟਰੀ ਆਪਰੇਟਰਾਂ ਦੇ ਨਾਲ ਖੇਡਣੀਆਂ ਚਾਹੀਦੀਆਂ ਹਨ। ਤੁਸੀਂ ਟੀ ਦੇ ਯੂ ਨੂੰ ਲਿਖ ਸਕਦੇ ਹੋ। ਇਸ ਨੂੰ ਟੀ ਨੋਟ ਟੀ ਦੇ ਯੂ ਡੈਗਰ ਵਜੋਂ ਵੀ ਲਿਖ ਸਕਦੇ ਹੋ। ਦੋਵੇਂ ਉਹੀ ਹਨ ਜੋ ਇੱਥੇ ਆਪਰੇਟਰਾਂ ਲਈ ਲਿਖੇ ਗਏ ਹਨ। ਇਸੇ ਤਰ੍ਹਾਂ ਜਿਹੜੀਆਂ ਸਟੇਟਸ ਡਿਨੋਟ ਸਕ੍ਰੋਡਿੰਗਰ ਸਟੇਟ ਵੈਲਿਊ ਤੇ ਤੁਸੀਂ ਹਾਈਜ਼ਨਬਰਗ ਸਟੇਟ ਨੂੰ ਫਰੀਜ਼ ਕੀਤੇ ਜਾਣ ਲਈ ਲਿਖ ਸਕਦੇ ਹੋ। ਇਸ ਨੂੰ ਟੀ ਦੇ ਅਲਫਾ ਐਸ ਦੇ ਟਰਮਜ਼ ਵਿੱਚ ਲਿਖੋ ਅਤੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਟੀ ਤੋਂ ਯੂਨਿਟਰੀ ਆਪਰੇਟਰ ਨਾ ਹੋਣ ਲਈ ਕਿਸੇ ਵੀ ਸਟੇਟ ਨੂੰ ਸਕ੍ਰੋਡਿੰਗਰ ਤਸਵੀਰ ਵਿੱਚ ਟਾਈਮ ਤੇ ਕਿਸੇ ਵੀ ਸਥਿਤੀ ਨੂੰ ਹਾਈਜ਼ਨਬਰਗ ਫਰੋਜ਼ਨ ਨਾਲ ਸੰਬੰਧਿਤ ਕਰਨ ਲਈ ਵਰਤ ਸਕਦੇ ਹੋ। ਇਸ ਲਈ ਇਹਨਾਂ ਯੂਨਿਟਰੀ ਆਪਰੇਟਰਾਂ ਨਾਲ ਖੇਡੋ। ਯੂ ਡੈਗਰ ਟੀ ਨੋਟ ਯੂ ਟੀ ਨੋਟ ਤੋਂ ਇਲਾਵਾ ਕੁਝ ਵੀ ਨਹੀਂ। ਮੈਂ ਕਿਹਾ ਕਿ ਟੀ ਸਟੇਟ ਇਵੋਲੂਸ਼ਨ ਦਾ ਅਲਫਾ ਉਹ ਹੈ ਜਿਸ ਨੂੰ ਮੈਂ ਸ਼੍ਰੋਡਿੰਗਰ ਪਿਕਚਰ ਸਟੇਟਸ ਕਹਿੰਦਾ ਹਾਂ, ਅਤੇ ਤੁਸੀਂ ਹਾਈਜ਼ਨਬਰਗ ਤਸਵੀਰ ਸਟੇਟਸ ਨੂੰ ਸੰਬੰਧਿਤ ਕਰ ਸਕਦੇ ਹੋ ਜੋ ਟਾਈਮ ਵਿਕਾਸ ਤੋਂ ਇੰਡੀਪੈਂਡੈਂਟ ਹੈ। ਇਹ ਯੂ ਡੈਗਰ ਹੈ, ਉੱਥੇ ਇਹ ਯੂ ਡੈਗਰ ਆਈਡੈਂਟਿਟੀ ਹੈ। ਇਸ ਲਈ ਤੁਹਾਨੂੰ ਟੀ ਨੋਟ ਦਾ ਅਲਫਾ ਹੋਣ ਲਈ ਅਲਫਾ ਐਚ ਮਿਲਦਾ ਹੈ। ਸਾਰੇ ਵੱਖ-ਵੱਖ ਤਰੀਕੇ ਇੱਕੋ ਜਿਹੇ ਲਿਖ ਸਕਦੇ ਹਨ। ਇਹ ਸਪਸ਼ਟ ਹੈ। ਇਹੀ ਹੈ ਜਿਸ ਤੇ ਹਮੇਸ਼ਾ ਜ਼ੋਰ ਦਿੱਤਾ ਜਾਂਦਾ ਹੈ, ਭਾਵੇਂ ਤੁਸੀਂ ਉਹਨਾਂ ਦ੍ਰਿਸ਼ਟੀਕੋਣਾਂ ਵਿੱਚ ਕੰਮ ਕਰਦੇ ਹੋ ਜੋ ਪੈਸਿਵ ਜਾਂ ਐਕਟਿਵ ਹਨ। ਫਿਜ਼ਿਕਸ ਨਹੀਂ ਬਦਲ ਸਕਦਾ ਹੈ। ਮੈਟ੍ਰਿਕਸ ਐਲੀਮੈਂਟਸ ਇੱਕ ਹਨ ਜਿਸ ਵਿੱਚ ਫਿਜ਼ਿਕਸ ਸ਼ਾਮਲ ਹੈ। ਮੈਟ੍ਰਿਕਸ ਐਲੀਮੈਂਟ ਦੋਵਾਂ ਤਸਵੀਰਾਂ ਵਿੱਚ ਇੱਕੋ ਜਿਹੇ ਰਹਿਣੇ ਚਾਹੀਦੇ ਹਨ। ਭਾਵੇਂ ਮੈਂ ਹਾਈਜ਼ਨਬਰਗ ਤਸਵੀਰ ਨਾਲ ਕੰਮ ਕਰਦਾ ਹਾਂ ਜਿੱਥੇ ਅਸੀਂ ਟਾਈਮ ਦੇ ਫੰਕਸ਼ਨਾਂ ਵਜੋਂ ਆਪਰੇਟਰਾਂ ਨੂੰ ਵਿਕਸਿਤ ਕਰਦੇ ਹਾਂ, ਪਰ ਤੁਸੀਂ ਸਟੇਟਸ ਦਾ ਵਿਕਾਸ ਨਹੀਂ ਕਰਦੇ ਅਤੇ ਬਰਾਬਰ ਰੂਪ ਵਿੱਚ ਗਣਨਾਵਾਨ ਕਰਦੇ ਹੋ। ਤੁਸੀਂ ਸਟੇਟਸ ਨੂੰ ਵਿਕਸਿਤ ਕਰ ਸਕਦੇ ਹੋ ਅਤੇ ਆਪਰੇਟਰਾਂ ਨੂੰ ਟਾਈਮ ਤੋਂ ਇੰਡੀਪੈਂਡੈਂਟ ਰੱਖ ਸਕਦੇ ਹੋ ਅਤੇ ਮੈਟ੍ਰਿਕਸ ਐਲੀਮੈਂਟ ਕਰਦੇ ਹੋ। ਦੋਵੇਂ ਇੱਕੋ ਜਿਹੇ ਹੋਣਗੇ। ਕਈ ਵਾਰ ਇਹ ਚੁਣਨਾ ਸੁਵਿਧਾਜਨਕ ਹੋ ਜਾਂਦਾ ਹੈ ਕਿ ਕਿਹੜੀ ਤਸਵੀਰ ਬਹੁਤ ਜ਼ਿਆਦਾ ਸੁਵਿਧਾਜਨਕ ਹੋਵੇਗੀ। ਠੀਕ ਹੈ, ਬਿਲਕੁਲ ਜਿਵੇਂ ਕਿ ਜਦੋਂ ਅਸੀਂ ਇਹ ਪਹਿਲਾਂ ਕੀਤਾ ਸੀ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਆਧਾਰ ਚੁਣੋ ਜਿੱਥੇ ਇਹ ਕੁਝ ਆਪਰੇਟਰਾਂ ਲਈ ਆਈਗਨ ਵੈਲਿਊ ਦਾ ਆਧਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਇੱਥੇ ਕਈ ਵਾਰ ਸਹੂਲਤ ਕੰਮ ਕਰ ਰਹੀ ਹੋਵੇਗੀ। ਹਾਈਜ਼ਨਬਰਗ ਤਸਵੀਰ ਸੁਵਿਧਾਜਨਕ ਹੋਵੇਗੀ, ਕਈ ਵਾਰ ਸ਼੍ਰੋਡਿੰਗਰ ਤਸਵੀਰ ਸੁਵਿਧਾਜਨਕ ਹੋਵੇਗੀ, ਅਤੇ ਤੁਸੀਂ ਦਿੱਤੇ ਕੁਆਂਟਮ ਮਕੈਨਿਕਸ ਸਮੱਸਿਆ ਦੇ ਆਧਾਰ ਤੇ ਫੈਸਲਾ ਕਰ ਸਕਦੇ ਹੋ ਕਿ ਕੁਝ ਨਹੀਂ, ਪਰ ਦੋਵੇਂ ਜਾਂ ਬਰਾਬਰ ਦੋਵੇਂ ਬਰਾਬਰ ਹਨ। ਤੁਸੀਂ ਜਾਂ ਤਾਂ ਸਕ੍ਰੋਡਿੰਗਰ ਤਸਵੀਰ ਵਿੱਚ ਕੰਮ ਕਰ ਸਕਦੇ ਹੋ ਜਾਂ ਤੁਸੀਂ ਇਸ ਵਿੱਚ ਕੰਮ ਕਰ ਸਕਦੇ ਹੋ। ਇਸ ਲਈ ਦੋਵੇਂ ਇਸ ਸਮਝ ਵਿੱਚ ਬਰਾਬਰ ਹਨ ਕਿ ਜੇਕਰ ਤੁਸੀਂ ਸਕ੍ਰੋਡਿੰਗਰ ਤਸਵੀਰ ਵਿੱਚ ਆਪਰੇਟਰ ਦੇ ਮੈਟ੍ਰਿਕਸ ਐਲੀਮੈਂਟ ਦੀ ਕੋਸ਼ਿਸ਼ ਕਰਦੇ ਹੋ, ਟਾਈਮ ਇੰਡੀਪੈਂਡੈਂਟ ਹੁੰਦਾ ਹੈ ਜਿੱਥੇ ਅਵਸਥਾਵਾਂ ਟਾਈਮ ਦਾ ਵਿਕਾਸ ਕਰ ਰਹੀਆਂ ਹਨ। ਇਹ ਉਸੇ ਨੂੰ ਫਰੀਜ਼ ਕਰਨ ਅਤੇ ਆਪਰੇਟਰਾਂ ਦੇ ਟਾਈਮ ਦੇ ਵਿਕਾਸ ਦੇ ਕੰਮ ਕਰਨ ਦੇ ਸਮਾਨ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ। ਇਹ ਹਾਈਜ਼ਨਬਰਗ ਹੈ।